ਪਹਿਲਾਂ ਤਾਂ ਮੈਂ ਆਪਣੇ ਵੱਲੋਂ ਸਾਰੀ ਚੰਡੀਗੜ੍ਹ ਦੀ ਪ੍ਰੈਸ ਮੀਡੀਆ, ਇਲੈਕਟ੍ਰੋਨਿਕਸ ਮੀਡੀਆ ਸਾਰਿਆਂ ਦਾ ਹੀ ਧੰਨਵਾਦ ਕਿ ਸਵੇਰੇ ਹੀ ਮੈਸੇਜ ਦਿੱਤਾ ਸੀਗਾ, ਤੁਸੀਂ ਸਾਰੇ ਹੀ ਇੱਥੇ ਪਹੁੰਚੇ ਆ। ਔਰ ਜੰਗਵੀਰ ਜੀ ਨੂੰ ਬਹੁਤ ਮੁਬਾਰਕਾਂ, ਜਿਨ੍ਹਾਂ ਦਾ ਜਨਮ ਦਿਨ ਵੀ ਆ। ਥੈਂਕ ਯੂ। ਸੋ ਅੱਜ ਦੀ ਜਿਹੜੀ ਪ੍ਰੈਸ ਕਾਨਫਰੰਸ ਆ, ਕੋਈ ਜ਼ਬਾਨੀ ਨਹੀਂ, ਮਤਲਬ ਕਿਸ ਤਰ੍ਹਾਂ ਪੰਜਾਬ ਨੂੰ ਲੁੱਟਿਆ ਜਾ ਰਿਹਾ ਔਰ ਐਡੀ ਬੇਸ਼ਰਮੀ ਨਾਲ ਲੁੱਟਿਆ ਜਾ ਰਿਹਾ ਵੀ ਜਿਹੜੇ ਐਗਰੀਮੈਂਟ ਆ ਨਾ, ਸਾਈਨ ਕਰਕੇ ਜਿਹੜੀ ਕਰਪਸ਼ਨ ਉਹ ਕਰੀ ਜਾ ਰਹੀ। ਕੁਛ ਵੀ ਇੱਕ ਚੀਜ਼ ਵੀ ਮੈਂ ਜ਼ਬਾਨੀ ਨਹੀਂ, ਬਲਕਿ ਸਰਕਾਰ ਦੇ ਸਾਈਨਡ ਡਾਕੂਮੈਂਟ ਦੇ ਬੇਸ 'ਤੇ ਅੱਜ ਜਿਹੜੀ ਆ ਇਹ ਪ੍ਰੈਸ ਕਾਨਫਰੰਸ ਜਿਹੜੀ ਉਹ ਰੱਖੀ ਗਈ ਹੈ। ਤੁਸੀਂ ਦੇਖੋ ਵੀ ਪਿਛਲੇ ਦਿਨਾਂ 'ਚ ਬੜਾ ਕੁਝ ਰੌਲਾ ਪਾਇਆ ਜਾ ਰਿਹਾ ਵੀ ਮੈਂ ਬਰਸੀਨ ਵੱਢਦਾ ਤਾਂ, ਮੈਂ ਗੁੜ ਵੀ ਪਕਾ ਲੈਂਦਾ ਤਾਂ, ਮੰਜੇ ਵੀ ਬੁਣ ਲੈਂਦਾ ਤਾਂ, ਫਲਾਣੀਆਂ ਧਮਕਾਣੀਆਂ, ਰੋਜ਼ ਗੱਲਾਂ ਬਾਤਾਂ ਜਿਹੜੀਆਂ ਹੁੰਦੀਆਂ। ਜਿਹੜੇ ਬੰਦੇ ਪਿੰਡਾਂ 'ਚ ਪੈਦਾ ਹੋਏ ਨਾ, ਉਹ ਤਕਰੀਬਨ ਸਾਰੇ ਇਹ ਛੋਟੇ ਮੋਟੇ ਕੰਮ ਬਚਪਨ 'ਚ ਕਰਦੇ ਰਹੇ। ਇਹਨਾਂ ਨੂੰ ਅੱਜ ਜਿਹੜੀਆਂ ਵਾਰ-ਵਾਰ ਇਹ ਚੀਜ਼ਾਂ ਰਿਪੀਟ ਹੋ ਰਹੀਆਂ ਵੀ ਮਸਲੇ ਹੱਲ ਕਰਦਾ, ਜੇ ਕਿਤੇ ਮੁਲਾਜ਼ਮਾਂ ਦੇ ਤੁਹਾਨੂੰ ਪਤਾ ਹੀ ਆ ਕਿਸ ਤਰ੍ਹਾਂ ਕੁੱਟ-ਕੁੱਟ ਕੇ ਮਸਲੇ ਹੱਲ ਕਰੇ ਜਾ ਰਹੇ ਆ। ਮਕਸਦ ਇਹ ਆ ਵੀ ਲੋਕ ਆ ਬਰਸੀਨ ਵੱਢਣ, ਆ ਗੁੜ ਵਾਲੇ, ਇਹਨਾਂ ਚੀਜ਼ਾਂ 'ਚ ਉਲਝ ਕੇ ਰਹਿ ਜਾਣ ਅਤੇ ਆਪਾਂ ਪੰਜਾਬ ਨੂੰ ਲੁੱਟ ਲਈ ਆ। 5 ਸਾਲਾਂ 'ਚ ਬੁਰੀ ਤਰ੍ਹਾਂ ਕਾਂਗਰਸ ਨੇ ਪੰਜਾਬ ਨੂੰ ਜਿਹੜਾ ਲੁੱਟਿਆ। ਅੱਜ ਵੀ ਤੁਸੀਂ ਦੇਖੋ, ਇਹਨਾਂ ਨੇ ਕਿਹਾ ਵੀ ਬਿੱਲ 3 ਰੁਪਏ ਯੂਨਿਟ ਸਸਤੇ ਕਰਾਂਗੇ, ਅਤੇ ਪਿਛਲੇ ਮਹੀਨੇ ਬਿੱਲ ਦੁੱਗਣੇ ਬਿਜਲੀ ਦੇ ਜਿਹੜੇ ਆਏ ਆ ਪਿੰਡਾਂ 'ਚ। ਅਗਲੇ ਮਹੀਨੇ ਵੈਸੇ ਹੀ ਏਸੀ ਬੰਦ ਹੋ ਗਏ, 8-8 ਘੰਟੇ ਦੇ ਇਹਨਾਂ ਨੇ ਕੱਟ ਲਾ ਦੇ, 1.5 ਮਹੀਨੇ ਦਾ ਬਿੱਲ ਆਉਣਾ ਥੋੜ੍ਹਾ ਜਿਹਾ ਘੱਟ ਆ ਜਾਣਾ, ਕਹਿ ਦੇਣਾ ਵੀ ਅਸੀਂ ਜੀ ਸਸਤਾ ਕਰਦੇ। ਜਦ ਕਿ ਤੁਸੀਂ ਦੇਖੋ 7000 ਕਰੋੜ ਰੁਪਈਆ ਬਿਜਲੀ ਬੋਰਡ ਦਾ ਸਰਕਾਰ ਨੇ ਦੇਣਾ ਆ, 3000 ਕਰੋੜ ਇਹ ਹੋ ਗਿਆ। ਮਾਰਚ ਤੱਕ ਇਹਨਾਂ ਨੇ ਫੈਸਲਾ ਕਰਿਆ ਵੀ ਮਾਰਚ ਤੱਕ 3 ਰੁਪਏ ਯੂਨਿਟ ਸਸਤੇ ਕਰਾਂਗੇ, ਪਰ ਰੈਗੂਲੇਟਰੀ ਕਮਿਸ਼ਨ ਤੋਂ ਉਹਦੀ ਵੀ ਪਰਮਿਸ਼ਨ ਨਹੀਂ ਲਈ। ਫਿਰ ਬੜੇ ਬੜੇ ਹੋਰਡਿੰਗਾਂ ਸੜਕਾਂ 'ਤੇ ਲੱਗੇ ਹੋਈਆਂ ਵੀ ਰੇਤ ਮਾਫੀਆ ਖਤਮ। ਮੇਰੇ ਹਲਕੇ 'ਚ ਭਾਂਖਰਪੁਰ 'ਚ ਬੜਾ ਸਾਰਾ ਬੋਰਡ ਲੱਗਿਆ ਹੋਇਆ, ਚੰਨੀ ਜੀ ਦੀ ਫੋਟੋ ਲਾ ਕੇ ਵੀ ਰੇਤ ਮਾਫੀਆ ਖਤਮ। ਉਸ ਬੋਰਡ ਦੇ ਸਾਹਮਣੇ ਹੀ ਬਹੁਤ ਵੱਡੀ ਲਾਈਨ ਟਰੱਕਾਂ ਦੀ ਲੱਗੀ ਹੋਈ ਆ, ਰੇਤਾ ਭਰ ਭਰ ਕੇ ਜਿਹੜੇ ਜਾ ਰਹੇ ਆ ਔਰ ਜੰਗਲ ਤੋਂ ਪੱਟ ਰਹੇ ਆ, ਜਿਹੜਾ ਸਰਕਾਰੀ ਇਨਵਾਇਰਨਮੈਂਟ ਦਾ ਜੰਗਲ, ਅਤੇ ਭਾਂਖਰਪੁਰ ਦੀ ਸ਼ਾਮਲਾਟ ਅਤੇ ਕਕਰਾਲੀ ਦਾ ਜੰਗਲ। ਮਤਲਬ ਨਿਰਵਿਘਨ ਮੈਂ ਕਿਸੇ ਅਫਸਰ ਨੂੰ ਫੋਨ ਕਰਿਆ ਵੀ ਇਹਨਾਂ ਨੂੰ ਰੋਕੋ, ਕਹ ਚੰਨੀ ਜੀ ਦੇ ਹੁਕਮ ਆ ਵੀ ਮੇਰੇ ਕੋਲ ਤਾਂ 1.5 ਮਹੀਨਾ ਹੈਗਾ, ਇੱਧਰ ਨੂੰ ਅੱਖ ਚੱਕ ਕੇ ਵੀ ਨਹੀਂ ਦੇਖਣਾ ਹੈਗਾ, ਕਿਉਂਕਿ ਮੈਂ ਆਪਣਾ ਹਿਸਾਬ ਕਿਤਾਬ ਪੂਰਾ ਕਰਨਾ ਹੈ। ਸੋ ਮਤਲਬ ਇਹ ਲੋਕਾਂ ਨੂੰ ਭਟਕਾ ਕੇ ਆਪਣੀਆਂ ਠੱਗੀਆਂ ਜਿਹੜੀਆਂ ਇਹਨਾਂ ਨੇ ਸ਼ੁਰੂ ਕਰੀਆਂ। ਸਭ ਤੋਂ ਵੱਧ ਸ਼੍ਰੋਮਣੀ ਅਕਾਲੀ ਦਲ ਹਰ ਹਫ਼ਤੇ ਇਹਨਾਂ ਦਾ ਇੱਕ ਘਪਲਾ ਜਿਹੜਾ ਉਹ ਲੈ ਕੇ ਆਏਗਾ, ਜਿਸ ਸੀਰੀਜ਼ ਦੀ ਅੱਜ ਮੈਂ ਸ਼ੁਰੂਆਤ ਜਿਹੜੀ ਉਹ ਕਰ ਰਹੇ ਹਾਂ। ਯਾਨੀ ਮਿਊਨਿਸਪਲ ਕੌਂਸਲਾਂ 'ਚ ਕਿਸ ਤਰ੍ਹਾਂ ਲੁੱਟਿਆ ਜਾ ਰਿਹਾ, ਕਾਨੂੰਨ ਤੋਂ ਬਾਹਰ ਹੋ ਕੇ ਲੁੱਟਿਆ ਜਾ ਰਿਹਾ। ਮੈਂ ਤੁਹਾਨੂੰ ਡਾਕੂਮੈਂਟ ਦੇ ਤੌਰ 'ਤੇ ਉਹ ਅੱਜ ਦਿਖਾਵਾਂ। ਪੂਰੇ ਪੰਜਾਬ ਦੇ ਅੰਦਰ ਸਟਰੀਟ ਲਾਈਟਾਂ ਜਿਹੜੀਆਂ ਉਹ ਸ਼ਹਿਰਾਂ 'ਚ ਲੱਗੀ ਹੋਈਆਂ, ਚੱਲਦੀਆਂ ਆ, ਫੰਕਸ਼ਨਲ ਹੈਗੀਆਂ। ਉਹਨਾਂ 'ਚ 25-30% LED ਸੀਗੀਆਂ ਅਤੇ 75% ਤਕਰੀਬਨ ਆਰਡੀਨਰੀ ਲਾਈਟ ਸੀਗੀਆਂ। ਸਰਕਾਰ ਨੇ ਇੱਕ ਫਾਰਮੂਲਾ ਕ੍ਰੀਏਟ ਕਰਿਆ ਵੀ ਆਪਾਂ ਐਨਰਜੀ ਸੇਵ ਕਰਨੀ ਹੈ। ਉਹ ਐਨਰਜੀ ਸੇਵ ਕਰਨ ਦਾ ਬਹਾਨਾ ਬਣਾ ਕੇ ਵੀ ਟੋਟਲ ਸਟਰੀਟ ਲਾਈਟਾਂ ਪੰਜਾਬ ਦੀਆਂ LED ਆਪਾਂ ਉਹ ਕਰ ਦਈਏ। ਉਸ ਨੂੰ ਠੀਕ ਕਰਨ ਵਾਸਤੇ ਇਹਨਾਂ ਨੇ ਪੂਰੇ ਪੰਜਾਬ ਨੂੰ ਕਲਸਟਰਾਂ 'ਚ ਡਿਵਾਈਡ ਕਰ ਦਿਆ। ਮਤਲਬ 10 ਦੇ ਕਰੀਬ ਕਲਸਟਰ ਜਿਹੜੇ ਉਹ ਬਣੇ। ਹੁੰਦਾ ਇਹ ਆ ਵੀ ਮਿਊਨਿਸਪਲ ਕੌਂਸਲ ਆਪ ਰੈਜੂਲੇਸ਼ਨ ਪਾਉਂਦੀ ਆ, ਆਪ ਟੈਂਡਰ ਲਾਉਂਦੀ ਆ, ਆਪ ਕੰਮ ਜਿਹੜੀ ਕਰਵਾ ਲੈਂਦੀ ਆ। ਇਹ ਮਿਊਨਿਸਪਲ ਕੌਂਸਲ ਦੇ ਰਾਈਟਸ ਹੈਗੇ। ਇਹਨਾਂ ਨੇ ਕੌਂਸਲਾਂ ਨੂੰ ਚਿੱਠੀਆਂ ਲਿਖੀਆਂ ਵੀ ਸਰਕਾਰ ਆ ਜਿਹੜੀ ਆਪਣੇ ਲੈਵਲ 'ਤੇ ਪੰਜਾਬ ਦੇ ਅੰਦਰ ਪੂਰਾ ਨੈਗੋਸ਼ੀਏਟ ਕਰੂਗੀ ਵੀ ਸਸਤੇ ਰੇਟ 'ਤੇ ਆਪਾਂ LED ਲਾਈਟਾਂ ਜਿਹੜੀਆਂ ਉਹ ਲਵਾਵਾਂਗੇ। ਉਹਦੇ ਵਾਸਤੇ ਸਾਰੀ ਮਿਊਨਿਸਪੈਲਿਟੀਆਂ ਨੇ ਇਹ ਸੋਚਿਆ ਵੀ ਬਹੁਤ ਘੱਟ ਰੇਟ 'ਤੇ, ਕਿਉਂਕਿ ਪੂਰੇ ਪੰਜਾਬ 'ਚ LED ਲੱਗਣੀ ਆ, ਬਹੁਤ ਘੱਟ ਰੇਟ 'ਤੇ ਨੈਗੋਸ਼ੀਏਸ਼ਨ ਆ ਜਿਹੜੀ ਉਹ ਹੋ ਜਾਣੀ। ਉਹਨਾਂ ਨੇ ਅਧਿਕਾਰ ਸਰਕਾਰ ਨੂੰ ਦਿੱਤੇ ਵੀ ਤੁਸੀਂ ਲਾ ਦਿਓ। ਵੈਸੇ ਤਾਂ ਮਿਊਨਿਸਪੈਲਿਟੀ ਲੋਕਲ ਸੈਲਫ ਗਵਰਨਮੈਂਟ ਹੈਗੀ ਆ, ਹੈ ਗੈਰ ਕਾਨੂੰਨੀ, ਕਿਉਂਕਿ ਕੌਂਸਲ ਨੂੰ ਹੀ ਅਧਿਕਾਰ ਆ, ਕੌਂਸਲ ਹੀ ਟੈਂਡਰ ਲਾ ਸਕਦੀ ਆ, ਕੌਂਸਲ ਹੀ ਅਲਾਟ ਕਰ ਸਕਦੀ ਆ। ਪਰ ਚਲੋ ਫॉर ਬੈਟਰ ਫਿਊਚਰ ਮਿਊਨਿਸਪਲ ਕੌਂਸਲਾਂ ਨੇ ਉਹ ਦੇ ਦਿੱਤਾ।
ਮੇਰੇ ਕੋਲ ਇੱਕ ਕਲਸਟਰ ਦੇ ਜਿਹੜੇ ਡਾਕੂਮੈਂਟ ਮਿਲੇ ਆ, ਇੱਕ ਪਟਿਆਲਾ ਕਲਸਟਰ ਆ ਜਿਹਦੇ 'ਚ ਸਾਡਾ ਜੀਰਕਪੁਰ ਵੀ ਆਉਂਦਾ ਹੈਗਾ। ਉਹਦੇ 'ਚ 29 ਮਿਊਨਿਸਪਲ ਕੌਂਸਲਾਂ ਹੈਗੀਆਂ, 29 ਮਿਊਨਿਸਪਲ ਕੌਂਸਲਾਂ, ਜਿਨ੍ਹਾਂ ਦੀ 74,000, ਮੈਂ ਤੁਹਾਨੂੰ ਅੱਗੇ ਇੱਕ ਫਿਗਰ ਦੱਸ ਦੇਵਾਂ, 74,000 ਸਟਰੀਟ ਲਾਈਟ ਆ ਜਿਹੜੀ ਉਹ ਚੇਂਜ ਕਰਨ ਦਾ ਜਿਹੜਾ ਐਗਰੀਮੈਂਟ ਸਰਕਾਰ ਨੇ ਉਹ ਕਰਿਆ ਵੀ 74,000 ਸਟਰੀਟ ਲਾਈਟ, 74,944 ਸਟਰੀਟ ਲਾਈਟਾਂ ਜਿਹੜੀਆਂ ਉਹ ਟਰਾਂਸਫਰ ਯਾਨੀ ਚੇਂਜ ਕਰਨ ਦਾ ਜਿਹੜਾ ਸਰਕਾਰ ਨੇ ਇੱਕ ਐਗਰੀਮੈਂਟ ਇੱਕ ਪ੍ਰਾਈਵੇਟ ਕੰਟਰੈਕਟਰ ਨਾਲ ਕਰਿਆ, ਇੱਕ ਕਲਸਟਰ 'ਚ 29 ਮਿਊਨਿਸਪੈਲਿਟੀਆਂ 'ਚ। ਮੈਂ ਇੱਕ ਕਲਸਟਰ ਦੇ RTI 'ਚ ਡਾਕੂਮੈਂਟ ਮਿਲੇ, ਬੜਾ ਲੰਬਾ ਚੌੜਾ ਐਗਰੀਮੈਂਟ ਆ, ਪਰ ਉਹਦੇ ਜਿਹੜੇ ਰੈਲੇਵੈਂਟ ਪੋਰਸ਼ਨ ਆ ਛੋਟੇ, ਉਹ ਮੈਂ ਕਾਪੀਆਂ ਕਰਵਾ ਦੀਆਂ ਤੁਹਾਨੂੰ ਇਸ ਤੋਂ ਬਾਅਦ ਉਹ ਦੇ ਦਾਂਗਾ। ਆ ਐਗਰੀਮੈਂਟ ਆ 74,944 ਜਿਹੜੀ ਸਟਰੀਟ ਲਾਈਟ ਚੇਂਜ ਕਰਨੀ ਆ, ਔਰ ਜਿਹੜੀ ਉਹ 74,944 ਸਟਰੀਟ ਲਾਈਟ ਜਿਹੜੀ ਚੇਂਜ ਕਰਨੀ ਆ, ਬਕਾਇਦਾ ਉਹਨਾਂ ਦੀ ਕੱਲੀ ਕੱਲੀ ਦੀ ਵਾਟੇਜ ਲਿਖੀ ਹੋਈ ਵੀ ਇੰਨੇ ਵਾਟ ਦੀਆਂ ਇਹ ਇੰਡੀਵਿਜੂਅਲ ਹੈਗੀਆਂ। ਉਹਦੇ 'ਚ ਕੰਡੀਸ਼ਨਾਂ ਵੀ ਲਿਖੀ ਵੀਆਂ ਵੀ ਇੰਨਾ ਫਲੈਕਸ ਲੈਵਲ ਹੋਊਗਾ, ਇਸ ਸਟੈਂਡਰਡ ਕੰਪਨੀ ਦੀ ਹੋਏਗੀ, ਤੇ ਜੇ 24 ਘੰਟੇ ਬੰਦ ਹੋਊਗੀ ਤਾਂ ਇੰਨਾ ਜੁਰਮਾਨਾ ਹੋਊਗਾ, ਇਹ ਲਗਾਤਾਰ ਚੱਲਣਗੀਆਂ। ਉਹਦੇ ਵਾਸਤੇ ਜਿਹੜਾ ਇੱਕ ਕਾਲ ਸੈਂਟਰ ਬਣਾਇਆ ਜਾਊਗਾ, ਵਿਦਿਨ 1 ਘੰਟੇ 'ਚ ਉਹ ਲਾਈਟ ਠੀਕ ਕਰੀ ਜਾਊਗੀ। ਇਸ ਤਰ੍ਹਾਂ ਦੇ ਨੇ ਬਹੁਤ ਸਾਰੀਆਂ ਕੰਡੀਸ਼ਨਾਂ ਹੈਗੀਆਂ, ਮੈਂ ਉਹਨਾਂ 'ਚ ਬਹੁਤੀ ਡਿਟੇਲ 'ਚ ਜਾਊਂਗਾ ਤਾਂ ਸਮਾਂ ਲੱਗ ਜਾਣਾ। ਇਹ ਜਿਹੜੀ 74,000 ਸਟਰੀਟ ਲਾਈਟਾਂ, ਪਹਿਲੀ ਗੱਲ ਤਾਂ ਇਹ ਆ ਵੀ ਇਹ ਲਾਈਟਾਂ ਤੁਸੀਂ ਲੱਗੀ ਹੋਈਆਂ ਦੇਖਿਓ ਵੀ ਚਾਈਨਾ ਤੋਂ ਲਿਆਣ ਕੇ ਨਾ ਟੈਂਪਰੇਰੀ ਜਾਂ ਬਣਾ ਕੇ ਬਹੁਤ ਵਧੀਆ ਲਾਈਟਾਂ ਦੀ। ਜੀਰਕਪੁਰ 'ਚ ਇੱਕ ਵਾਰਡ 30 ਨੰਬਰ 'ਚ ਵਿਪਰੋ ਦੀਆਂ ਲਾਈਟਾਂ ਤੀ LED ਲੱਗੀ ਹੋਈਆਂ, ਉਹ ਵੀ ਤਾਰ ਲੈ ਗਏ, ਨਹੀਂ ਉਹ ਮਹਿੰਗੀਆਂ ਤੀ, ਇਹ ਛੋਟੀਆਂ 200-300 ਰੁਪਏ ਵਾਲੀਆਂ ਲਾਈਟਾਂ ਉੱਤੇ ਟੰਗਦੀਆਂ। ਚਲੋ ਮੈਂ ਇਹਨਾਂ 74,000 ਲਾਈਟਾਂ ਦੀ ਜਿਹੜੀ ਕੋਟੇਸ਼ਨ ਆ ਉਹ ਸੂਰੀਆ ਕੰਪਨੀ ਹੈਗੀ ਆ, ਨਹੀਂ ਉਹਦੀ ਮੈਂ ਕੋਟੇਸ਼ਨ ਆ ਸੂਰੀਆ ਰੋਸ਼ਨੀ ਲਿਮਟਿਡ ਤੋਂ ਕੋਟੇਸ਼ਨ ਮੈਂ ਲਈ ਜਿਹੜੀ ਉਹ 74,944 ਲਾਈਟਾਂ ਦੀ ਲਈ। ਉਹਦੀ ਜਿਹੜੀ ਕੀਮਤ ਆਈ ਹੈ 74,000 ਲਾਈਟਾਂ ਦੀ, ਉਹ ਜੋ ਉਹਨਾਂ ਨੇ ਵਾਟੇਜ ਤੀ, ਜਿੰਨੀਆਂ ਕੁਆਂਟੀਟੀ ਤੀ, ਜਿਸ ਤਰ੍ਹਾਂ 18 ਵਾਟ ਦੀ 25,857 ਤੀ, 11 ਵਾਟ ਦੀ 1145, 30 ਵਾਟ ਦੀ 29,437, 60 ਵਾਟ ਦੀ 10,468, 120 ਵਾਟ ਦੀ 1112, ਇਸ ਤਰ੍ਹਾਂ ਨਹੀਂ ਉਹ ਕੁਆਂਟੀਟੀ ਤੇ ਵਾਟੇਜ ਲਿਖੀ ਹੋਈ ਸੀਗੀ। ਇਹਦੀ ਜਿਹੜੀ ਕੀਮਤ ਦੀ ਕੋਟੇਸ਼ਨ ਉਹਨਾਂ ਨੇ ਮੈਨੂੰ ਦਿੱਤੀ 4,39,35,415 ਰੁਪਏ ਕੋਟੇਸ਼ਨ। ਸੂਰੀਆ ਕੰਪਨੀ ਇੰਨੀ ਵਧੀਆ ਕੰਪਨੀ ਹੈਗੀ ਆ, ਜਿਹੜੀ ਇਹਨਾਂ ਨੇ ਚਾਈਨਾ ਤੋਂ ਲਿਆਣ ਕੇ ਲਾਈ ਆ, ਉਹਦੇ ਮੇਰੇ ਹਿਸਾਬ ਨਾਲ ਅੱਧੇ ਰੇਟ ਵੀ ਨਹੀਂ। ਹੁਣ ਮੈਂ ਦੁਬਾਰਾ ਫਿਗਰ ਬੋਲਦੇ ਆ, 4,39,35,415। ਤੇ ਜਿਹੜਾ ਫਿਟਿੰਗ ਤੇ ਖਰਚਾ ਆਉਂਦਾ ਨਾ ਜੀ ਪਰ ਫਿਟਿੰਗ, ਜਿਹੜਾ ਠੇਕੇਦਾਰ ਤੋਂ ਮੈਂ ਪੁੱਛਿਆ, ਉਹ ਤਕਰੀਬਨ ਤੁਸੀਂ ਲਾ ਲਿਓ ਵੀ 100 ਰੁਪਏ, ਵੈਸੇ ਤਾਂ ਉਹਨੇ 40 ਰੁਪਏ ਕਿਹਾ, ਆਪਾਂ 100 ਰੁਪਏ ਵੀ ਲਾ ਲਈਏ, 74 ਲੱਖ ਰੁਪਏ ਜਿਹੜਾ ਫਿਟਿੰਗ ਤੇ ਖਰਚਾ, ਉਹਨਾਂ ਨੂੰ ਫਿੱਟ ਕਰਨ ਤੇ ਖਰਚਾ ਜਿਹੜਾ 74 ਲੱਖ ਰੁਪਏ ਫਿਟਿੰਗ ਤੇ ਖਰਚਾ ਆਉਣਾ ਸੀਗਾ। ਚਲੋ ਆਪਾਂ ਹਾਇਰ ਸਾਈਡ ਲਾ ਲਈਏ 1 ਕਰੋੜ ਰੁਪਇਆ ਫਿਟਿੰਗ ਦਾ ਹੋ ਗਿਆ, ਤੇ ਇੱਕ ਉਹਦੇ ਤੇ ਸਵਿਚਜ਼ ਲੱਗਣੇ ਤੇ, ਉਹ ਸਵਿਚਜ਼ ਤਕਰੀਬਨ ਕਰੋੜ ਰੁਪਏ ਲੱਗਣੇ ਤੇ ਆਪਾਂ ਇਹਨੂੰ ਹਾਇਰ ਸਾਈਡ ਤੇ 2 ਕਰੋੜ ਰੁਪਏ ਸਵਿਚਾਂ ਦਾ ਖਰਚਾ ਜਿਹੜਾ ਉਹ ਲਾ ਲਈਏ, 2 ਕਰੋੜ ਰੁਪਏ ਮੇਨਟੇਨੈਂਸ ਦਾ ਖਰਚਾ ਜਿਹੜਾ ਉਹ ਵੀ ਆਪਾਂ ਹਾਇਰ ਸਾਈਡ ਤੇ ਜਿਹੜਾ ਉਹ ਜੋੜਿਆ। ਟੋਟਲ ਖਰਚਾ 9,93,35,415 ਰੁਪਏ ਬਣਿਆ। ਉਸੇ ਐਗਰੀਮੈਂਟ 'ਚ ਇੱਕ ਕਲਾਸ ਲਿਖੀ ਹੋਈ ਆ ਵੀ ਇਹ ਜਿੰਨੀਆਂ ਸਟਰੀਟ ਲਾਈਟਾਂ ਚੇਂਜ ਕਰਨੀਆਂ, ਯਾਨੀ ਜਿਹੜੀਆਂ ਉਤਾਰ ਕੇ ਲੈ ਜਾਣਗੇ, ਚਾਹੇ LED ਆਂ, ਚਾਹੇ ਵਿਪਰੋ ਦੀਆਂ, ਚਾਹੇ ਕੁਛ ਆ, ਉਹਨਾਂ ਦੀ ਉਹਨਾਂ ਨੇ ਕੀਮਤ ਲਿਖੀ ਹੋਈ ਆ ਵੀ 3,30,84,160 ਰੁਪਈਆ ਆਪਾਂ
ਵਾਪਸ ਮਿਊਨਿਸਪੈਲਿਟੀਆਂ ਨੂੰ ਦੇਵਾਂਗੇ। 3 ਕਰੋੜ 30 ਲੱਖ 84,160। ਸੋ ਇਹ ਜੇ 3 ਕਰੋੜ 30 ਲੱਖ ਰੁਪਈਆ ਆਪਾਂ ਘਟਾ ਦਈਏ, ਜਿਹੜੀਆਂ ਵਾਪਸ ਉਹਨਾਂ ਨੇ ਪੈਸੇ ਸਰਕਾਰ ਨੂੰ ਦੇਣੇ ਆ, ਇਹ ਟੋਟਲ ਇਨਵੈਸਟਮੈਂਟ ਸਾਰੇ ਖਰਚੇ ਪਾ ਕੇ 6 ਕਰੋੜ 9 ਲੱਖ 35,415 ਰੁਪਏ ਜਿਹੜੀ ਇਹ ਕੀਮਤ ਬਣਦੀ ਹੈਗੀ ਆ ਇੱਕ ਕਲਸਟਰ ਦੀ। ਇਹ ਕੋਈ ਵੀ ਚੀਜ਼ ਇਹ ਨਹੀਂ ਹੈ ਵੀ ਜ਼ਬਾਨੀ ਹੈ, ਇਹ ਸਾਰਾ ਕੁਝ ਡਾਕੂਮੈਂਟ ਆ। ਮੈਂ ਤੁਹਾਨੂੰ ਸਾਰੀ ਕਾਪੀਆਂ ਜਿਹੜੀਆਂ ਇੱਥੇ ਪਈਆਂ ਪ੍ਰੋਵਾਈਡ ਕਰਵਾ ਦੂੰਗਾ। ਅੱਛਾ, ਫਿਰ ਜੀ ਇਹਦੇ ਬਦਲੇ 'ਚ ਉਹਨਾਂ ਨੇ ਕਿਆ ਲੈਣਾ ਹੈਗਾ? ਐਗਰੀਮੈਂਟ 'ਚ ਲਿਖਿਆ ਹੋਇਆ, ਪਹਿਲੇ ਸਾਲ ਫਸਟ ਈਅਰ 8 ਕਰੋੜ 76 ਲੱਖ 88,574 ਪਲੱਸ 4 ਕਰੋੜ 12 ਲੱਖ। ਪਹਿਲੇ ਸਾਲ 12 ਕਰੋੜ 88 ਲੱਖ ਰੁਪਏ ਉਹਨਾਂ ਨੇ ਲੈਣੇ ਆ, ਜਦ ਜਿਸ ਟਾਈਮ ਉਹਨਾਂ ਨੇ 6 ਕਰੋੜ ਰੁਪਏ ਇਨਵੈਸਟ ਕਰਨੇ ਆ, ਤੇ 12 ਕਰੋੜ 88 ਲੱਖ ਫਸਟ ਈਅਰ ਉਹਨਾਂ ਨੇ ਲੈਣੇ ਆ। ਇਸ ਐਗਰੀਮੈਂਟ 'ਚ ਲਿਖਿਆ ਹੋਇਆ ਜਿਹੜਾ ਆ ਐਗਰੀਮੈਂਟ ਆ, ਮੈਂ ਤੁਹਾਨੂੰ ਕਾਪੀਆਂ ਜਿਹੜੀਆਂ ਉਹ ਦੇ ਦਾਂਗਾ। ਅਮਰੀਸ਼ ਜੀ ਕਾਪੀਆਂ ਫੜਾ ਦਿੰਦਾ। ਅੱਛਾ, ਦੂਸਰੇ ਸਾਲ 13 ਕਰੋੜ 35 ਲੱਖ ਰੁਪਇਆ, ਤੀਸਰੇ ਸਾਲ 13 ਕਰੋੜ 84 ਲੱਖ, ਚੌਥੇ ਸਾਲ 14 ਕਰੋੜ 34 ਲੱਖ, ਪੰਜਵੇਂ ਸਾਲ 14 ਕਰੋੜ 87 ਲੱਖ, ਫਿਰ 15 ਕਰੋੜ 42 ਲੱਖ, ਸੱਤਵੇਂ ਸਾਲ 15 ਕਰੋੜ 98 ਲੱਖ, ਅੱਠਵੇਂ ਸਾਲ 16 ਕਰੋੜ 57 ਲੱਖ, ਨੌਵੇਂ ਸਾਲ 17 ਕਰੋੜ 19 ਲੱਖ, 10ਵੇਂ ਸਾਲ 17 ਕਰੋੜ 82 ਲੱਖ। ਯਾਨੀ 6 ਕਰੋੜ ਰੁਪਈਆ ਤੁਸੀਂ ਇਨਵੈਸਟਮੈਂਟ ਕਰਨੀ ਆ, ਤੇ 152 ਕਰੋੜ ਰੁਪਈਆ ਜਿਹੜਾ ਉਹ ਠੇਕੇਦਾਰ ਨੂੰ ਦੇਣਾ ਹੈਗਾ। ਇਹ ਇੱਕ ਕਲਸਟਰ ਦਾ। ਜੇ ਇਹਨੂੰ 10 ਨਾਲ ਮਲਟੀਪਲਾਈ ਕਰ ਲਈਏ, 60 ਕਰੋੜ ਰੁਪਈਆ ਮਤਲਬ ਇਨਵੈਸਟਮੈਂਟ, ਤੇ ਇਸੇ ਰੇਸ਼ੋ 'ਚ ਕਰੀਏ ਤਾਂ 1520 ਕਰੋੜ ਰੁਪਈਆ ਜਿਹੜਾ ਵਾਪਸ ਦੇਣਾ ਹੈਗਾ। ਮਤਲਬ 10 ਤੋਂ ਵੀ ਜ਼ਿਆਦਾ ਹੀ ਆ, ਮੈਂ ਤਾਂ 10 ਰਫਲੀ ਕਿਹਾ, ਕਿਉਂਕਿ ਮੈਨੂੰ ਆਰਟੀਆਈ 'ਚ ਸਿਰਫ ਇੱਕ ਦੀ ਉਹ ਫਾਈਲ ਮਿਲੀ ਆ, ਨਹੀਂ ਤਾਂ ਮੈਂ 10 ਦੀ ਉਹ ਕਢਵਾ ਕੇ ਲਿਆਂਦਾ। ਮਤਲਬ ਇਹ 1500 ਕਰੋੜ ਰੁਪਈਆ ਸਟਰੀਟ ਲਾਈਟ ਦਾ ਘਾਟਾ ਹੈ। ਔਰ ਤੁਸੀਂ ਹੈਰਾਨ ਰਹਿ ਜਾਓਗੇ, ਇੰਨੀ ਬੇਸ਼ਰਮੀ ਨਾਲ ਕੰਮ ਕਰ ਰਹੇ ਆ ਨਾ, ਕੋਈ ਕਾਨੂੰਨ ਦੀ ਪਰਵਾਹ ਨਹੀਂ ਕਰ ਰਹੇ। ਜੇ ਮੈਂ ਤੁਹਾਨੂੰ ਮਿਊਨਿਸਪੈਲਿਟੀਆਂ 'ਚ ਕਿਸ ਤਰ੍ਹਾਂ ਲੁੱਟ ਹੋ ਰਹੀ ਆ ਤੁਹਾਨੂੰ ਕਹਾਣੀ ਸੁਣਾਵਾਂ, ਆ ਮੇਰਾ ਹਲਕੇ ਹੀ ਤੁਸੀਂ ਦੇਖ ਲਿਓ। ਨਹੀਂ 152 ਇੰਟੂ 10, 152 ਇੰਟੂ 10, 1520 ਕਰੋੜ, 6 ਕਰੋੜ ਲਾ ਕੇ, ਮਤਲਬ ਕਿੰਨਾ ਵਧੀਆ ਸੌਦਾ ਹੈਗਾ। ਆਹ ਦੇਖੋ ਸਿੱਧੂ ਜੀ ਜਿਹੜੇ ਠੋਕੋ ਤਾਲੀ ਮਾਰਦੇ ਫਿਰ ਰਹੇ ਨਾ ਪੈਸੇ ਬਚਾਵਾਂਗੇ, ਇਹ ਐਕਚੁਅਲੀ ਜਿਹੜਾ ਸਿੱਧੂ ਰੌਲਾ ਪਾਉਂਦਾ ਨਾ, ਚੰਨੀ ਨੂੰ ਗਾਲਾਂ ਕੱਢਦਾ ਹੈਗਾ, ਜਿਸ ਦਿਨ ਚੰਨੀ ਇਹਦਾ ਹਿੱਸਾ ਭੇਜਣਾ ਬੰਦ ਕਰ ਦੇ ਨਾ, ਜਿਸ ਦਿਨ ਵੀ, ਉਦੋਂ ਹੀ ਇਹਨੇ ਪੁੱਠੀ ਸਟੇਟਮੈਂਟ ਦੇ ਦੇਣੀ ਆ। ਸ਼ਾਮ ਨੂੰ ਇਹਦੇ ਘਰ ਬੋਰੀ ਪਹੁੰਚ ਜੇ ਤਾਂ ਇਹ ਚੁੱਪ ਕਰ ਜਾਂਦਾ ਹੈਗਾ, ਸਮਝ ਗਏ ਨਾ। ਔਰ ਦੇਖ ਲਿਓ ਤੁਸੀਂ, ਆਹ ਘਪਲੇ ਵਾਲੀ ਗੱਲ ਸਿੱਧੂ ਸਾਹਿਬ ਨੇ ਨਹੀਂ ਚੱਕਣੀ ਵੀ ਚੰਨੀ ਜੀ ਕਰਵਾਓ ਵਿਜੀਲੈਂਸ ਇਨਕੁਆਇਰੀ, ਇਹ ਗੱਲ ਨਹੀਂ ਕਰਨੀ, ਕਿਉਂਕਿ ਇਹਦਾ ਹਿੱਸਾ ਤਕਰੀਬਨ ਉਹਦੇ ਕੋਲ ਜਾ ਰਿਹਾ ਹੋਣਾ। ਅੱਛਾ, ਕਿਸ ਤਰ੍ਹਾਂ ਲੁੱਟ ਹੋ ਰਹੀ ਹੈ, ਮੈਂ ਤੁਹਾਨੂੰ ਕੱਲਾ 2 ਮਿਊਨਿਸਪੈਲਿਟੀਆਂ ਦੀ ਐਗਜ਼ਾਮਪਲ ਤੁਹਾਨੂੰ ਦੇਵਾਂਗਾ। ਜਾ ਰਿਹਾ ਜੀ, ਕੰਟੀਨਿਊ ਹੈ। ਜਿੱਦਣ ਬੰਦ ਹੋ ਜਾਂਦਾ ਉਦੋਂ ਉਹਦੀ ਫਿਰ ਸਟੇਟਮੈਂਟ ਅਗਲੇ ਦਿਨ ਪੜ੍ਹ ਲਿਓ ਤਾਂ ਸਮਝ ਲਿਓ ਵੀ ਇਹ ਪਹੁੰਚਿਆ ਨਹੀਂ। ਅਸਲ 'ਚ ਨਾ ਜੀ, ਸ਼ੁਰੂ 'ਚ LED ਲਾਈਟਾਂ ਜਿਹੜੀਆਂ ਨਾ, ਬੜਾ ਮਹਿੰਗਾ ਰੇਟ ਸੀਗਾ। ਵਿਪਰੋ ਵਰਗੀਆਂ ਲਾਈਟਾਂ ਜਿਹੜੀਆਂ ਉਹ 3000 ਰੁਪਏ ਦੀਆਂ ਸੀਗੀਆਂ। ਜੇ ਉਸ ਟਾਈਮ ਵਿਪਰੋ ਦੀ 3000 ਸੀਗੀ ਨਾ, ਜਦੋਂ ਸਿੱਧੂ ਸਾਹਿਬ ਮਿਨਿਸਟਰ ਬਣੇ ਉਸ ਟਾਈਮ ਮੇਰੇ ਖਿਆਲ 2250 ਰੁਪਏ ਸੀਗੀ, ਅੱਜ ਉਹ 250 ਰੁਪਏ ਹੋ ਗਈ। ਯਾਨੀ LED ਇੰਨੀ ਸਸਤੀ ਹੋ ਗਈ, ਸਮਝ ਗਏ। ਤੇ ਉਸ ਟਾਈਮ ਸੈਂਟਰਲ ਗਵਰਨਮੈਂਟ ਨੇ ਇੱਕ ਦਿਆਦਾ ਵੀ 6-7 ਸਾਲ ਇਹਦੀ ਲਿਮਿਟ ਰੱਖੀ ਸੀ, ਵੀ ਜੇ 3000 ਦੀ ਲਾਈਟ ਆ 7 ਸਾਲ 'ਚ ਤੁਸੀਂ ਪੈਸੇ ਪੂਰੇ ਕਰ ਸਕਦੇ ਆ ਜਿੰਨੀ ਕੀਮਤ ਲੱਗੀ ਹੈ। ਪਹਿਲਾਂ ਘਪਲਾ ਤਾਂ ਸਟਾਰਟ ਕਰਿਆ ਨਵਜੋਤ ਸਿੱਧੂ ਜੀ ਨੇ। ਇਹਨਾਂ ਕੰਪਨੀਆਂ ਨੂੰ, ਜਿਹੜੀ ਸਮਾਰਟ ਕੰਪਨੀਆਂ, ਇਹਨੂੰ ਨਵਜੋਤ ਸਿੱਧੂ ਲਿਆਇਆ, ਔਰ ਇਹਨੇ ਆਪਣੇ ਟਰਮ 'ਚ 7 ਸਾਲ ਤੋਂ ਵਧਾ ਕੇ
ਆਊਟ ਆਫ ਲਾ ਜਾ ਕੇ ਇਹਨੂੰ 10 ਸਾਲ ਕਰਿਆ। ਇਹ ਇੱਥੋਂ ਸਟਾਰਟ ਹੋਇਆ ਘਪਲਾ। ਉਸ ਤੋਂ ਬਾਅਦ ਫਿਰ ਸਾਲ ਡੇਢ ਸਾਲ ਜਿਹੜਾ ਉਹਦੇ ਨਾਲ ਸੈਟਿੰਗ ਨਹੀਂ ਹੋਈ ਬ੍ਰਹਮ ਮਹਿੰਦਰਾ ਜੀ ਨਾਲ, ਨਿਕਲ ਗਿਆ ਟਾਈਮ ਸਾਲ ਇੱਕ। ਫਿਰ ਇਹਨਾਂ ਨੇ ਤੁਸੀਂ ਲਾਓ ਵੀ 25/11 ਨਾ 25/11 ਨਹੀਂ, ਆਹ ਡੇਟ ਆ 24/8/2020 ਨੂੰ ਬ੍ਰਹਮ ਮਹਿੰਦਰਾ ਜੀ ਨੇ ਐਗਰੀਮੈਂਟ ਜਿਹੜਾ ਡਾਇਰੈਕਟਰਾਂ ਤੋਂ ਸਾਈਨ ਕਰਵਾ ਕੇ ਜਿਹੜਾ ਕਰ ਦਿਆ। ਤੇ ਜੋ ਮੈਨੂੰ ਦੱਸਿਆ, ਦੇਖੋ ਉਹਨਾਂ ਨੇ ਲਿਖਤੀ ਤਾਂ ਨਹੀਂ ਦਿਆ ਵੀ ਸਾਨੂੰ ਤਾਂ ਦਫ਼ਤਰਾਂ 'ਚ ਬੁਲਾਇਆ ਔਰ ਸਾਈਨ ਕਰਵਾ ਲਏ। ਆਹ 24/8/2020 ਨੂੰ ਮੈਨੂੰ ਉਸ ਟਾਈਮ ਪਤਾ ਲੱਗਿਆ ਵੀ ਸਟਰੀਟ ਲਾਈਟਾਂ ਜਲੀਆਂ ਨਹੀਂ ਡੇਰਾ ਬਸੀ, 25% ਸਟਰੀਟ ਲਾਈਟਾਂ ਜਲੀਆਂ। ਆ ਪਿਛਲੇ ਹਫਤੇ ਉਹਦੀ ਪਹਿਲੀ ਕਿਸ਼ਤ ਇਹਨਾਂ ਨੂੰ ਦੇਣੀ ਸ਼ੁਰੂ ਕਰ ਦਿੱਤੀ ਕਮੇਟੀਆਂ ਨੇ। ਲਾਈਟਾਂ ਜਲੀਆਂ ਵੀ ਨਹੀਂ, ਓਕੇ ਰਿਪੋਰਟ ਵੀ ਨਹੀਂ ਆਈ, ਫਲੈਕਸ ਲੈਵਲ ਵੀ ਨਹੀਂ ਚੈੱਕ ਹੋਇਆ, ਕਿੰਨੀਆਂ ਲੱਗੀਆਂ, ਸਾਰਾ ਕੁਝ ਕਿਸੇ ਨੇ ਸਹੀ ਨਹੀਂ ਪਾਈਆਂ। ਪਿਛਲੇ ਹਫਤੇ ਡੇਰਾਬੱਸੀ ਕੌਂਸਲ ਦੀ ਮੀਟਿੰਗ ਕਰਕੇ ਪਹਿਲੀ ਕਿਸ਼ਤ ਜਿਹੜੀ ਉਸ ਕੰਪਨੀ ਨੂੰ ਦੇਣੀ ਸਟਾਰਟ ਹੋ ਗਈ। ਜਦੋਂ ਕਿਸ਼ਤ ਦੇਈ ਫਿਰ ਮੈਨੂੰ ਪਈ ਵੀ ਇਹਨੂੰ ਕਢਵਾਈਏ ਕਿਆ ਚੀਜ਼ ਆ। ਫਿਰ ਮੈਂ ਐਗਰੀਮੈਂਟ ਪੜ੍ਹਿਆ ਜਿਹੜਾ ਕਿ ਆਹ ਤੁਹਾਨੂੰ ਮੈਂ ਕਾਪੀ ਇਹਦੀ ਦੇ ਦੂੰਗਾ ਇੱਕ। ਦੂਸਰੀ ਆ ਮਿਊਨਿਸਪੈਲਿਟੀਆਂ ਦੱਸ ਰਿਹਾ ਤੁਹਾਨੂੰ ਕਿੰਨੀ ਬੇਸ਼ਰਮੀ ਔਰ ਬੇਟਰ ਹੋ ਕੇ ਸਾਡੀ ਲਾਲੜੂ ਮਿਊਨਿਸਪਲ ਕੌਂਸਲ ਆ, ਉੱਥੇ 90 ਏਕੜ 'ਚ 100 ਏਕੜ 'ਚ ਪਿਛਲੇ 100 ਸਾਲਾਂ ਤੋਂ ਕਿੱਕਰਾਂ ਖੜੀਆਂ ਬਹੁਤ ਵੱਡੀ। ਪਹਿਲਾਂ ਤਾਂ ਉੱਥੇ 8-10 ਏਕੜ 'ਚ ਕਿੱਕਰਾਂ ਵਿਕ ਵੀ ਗਈਆਂ ਕਿਉਂਕਿ ਪਿੰਡ ਤੋਂ 2 ਕਿਲੋਮੀਟਰ ਆ, 10 ਫੁੱਟ ਮਿੱਟੀ ਵੀ ਰੇਤਾ ਵੀ ਚੱਕ ਕੇ ਵੇਚ ਦਿਆ। ਕਿਸੇ ਨੇ ਸਰਕਾਰ ਨੇ ਕੋਈ ਕਾਰਵਾਈ ਨਹੀਂ ਕਰੀ। ਇੱਕ ਦਿਨ ਉੱਥੇ ਬਾੜ ਲੱਗੀ ਹੋਈ ਤੇ ਮੈਂ ਮੌਕੇ ਤੇ ਜਾ ਕੇ ਦੇਖਿਆ, ਬੜੇ ਇਲੈਕਟ੍ਰੋਨਿਕ ਆਰਿਆਂ ਨਾਲੋਂ ਵੱਡੀ ਜਾ ਰਹੀ ਤੀ 90 ਏਕੜ 'ਚ ਕਿੱਕਰਾਂ। ਮੈਂ ਜਾ ਕੇ ਰੋਕੀਆਂ, ਫੜੀਆਂ। ਅਗਲੇ ਦਿਨ ਮੈਨੂੰ ਪਤਾ ਲੱਗਿਆ ਵੀ ਸਰਕੰਡੇ ਦੇ ਪ੍ਰਧਾਨ ਨੇ ਟੈਂਡਰ ਲਾ ਕੇ 2 ਲੱਖ ਰੁਪਏ ਦੇ ਵੀ ਝਾੜੀਆਂ ਔਰ ਸਰਕੰਡੇ ਦੇ ਉਹ ਕਿਸੇ ਠੇਕੇਦਾਰ ਨੂੰ ਅਲਾਟ ਕਰਕੇ ਵੇਚਣੀਆਂ ਸ਼ੁਰੂ ਕਰ ਦਿੱਤੀਆਂ। ਚਲੋ ਮੈਂ ਏਡੀਸੀ ਨੂੰ ਸ਼ਿਕਾਇਤ ਕਰੀ, ਏਡੀਸੀ ਮੌਕੇ ਤੇ ਗਈ, ਉਹਨਾਂ ਨੇ ਲਿਖਿਆ ਵੀ ਇੰਨੇ ਦਰਖਤ 100 ਦੇ ਕਰੀਬ ਦਰਖਤ 1.5 ਫੁੱਟ ਆਏ ਦੇ, 50-60 ਦਰਖਤ 2.5 ਫੁੱਟ ਡਾਏ ਦੇ, ਇਹ ਵੱਢ ਕੇ ਜਿਹੜੇ ਵੇਚਦੇ ਆ। ਬਾਕੀ ਵਾਰਡ ਜਿਹੜੀ ਚੱਲ ਰਹੀ ਤੀ, ਕੌਂਸਲ ਨੇ ਨਾ ਮਤੇ ਦੀ ਪ੍ਰਵਾਨਗੀ ਲਈ, ਨਾ ਫੋਰੈਸਟ ਮਹਿਕਮੇ ਤੋਂ ਪ੍ਰਵਾਨਗੀ ਲਈ, ਨਾ ਪ੍ਰੋਪਰ ਟੈਂਡਰ ਹੋਏ, ਵੀ ਬਹੁਤ ਵੱਡੀ ਵਾਇਲੇਸ਼ਨ ਹੋਈ ਆ। ਇਹਨਾਂ ਦੇ ਪਰਚਾ ਦਰਜ ਕਰਨਾ ਬਣਦਾ, ਈਓ ਤੇ ਪ੍ਰਧਾਨ ਤੇ ਪਰਚਾ ਬਣਦਾ ਹੈਗਾ। ਤੇ ਜਨਾਬ ਸਰਕਾਰ ਨੇ ਪਤਾ ਕਿਆ ਕਰਿਆ, ਚਿੱਠੀ ਲਿਖ ਕੇ ਠੇਕੇਦਾਰ ਤੇ ਪਰਚਾ ਦਰਜ ਕਰਨ ਵਾਸਤੇ ਇੱਕ ਸਿੰਪਲ ਜੀ ਚਿੱਠੀ ਥਾਣੇ ਨੂੰ ਲਿਖਦੀ। ਆ 20 ਦਿਨ ਹੋ ਗਏ ਆਰਡਰ ਹੋਇਆ ਨੂੰ, ਨਾ ਕਿਸੇ ਠੇਕੇਦਾਰ ਤੇ ਪਰਚਾ ਹੋਇਆ, ਨਾ ਈਓ ਤੇ ਹੋਇਆ, ਨਾ ਪ੍ਰਧਾਨ ਤੇ ਹੋਇਆ। 3-4 ਕਰੋੜ ਰੁਪਏ ਦੀਆਂ ਕਿੱਕਰਾਂ 2 ਲੱਖ ਰੁਪਏ 'ਚ ਵੇਚਦੀ। ਫਿਰ ਆ ਟੈਂਡਰਾਂ 52 ਕਰੋੜ ਰੁਪਏ ਦੇ ਕੱਲ ਨੂੰ ਹੋਣੇ ਆ। ਮੈਂ ਇੱਕ ਕਮੇਟੀ ਦੀ ਦੱਸਿਆ ਤੁਹਾਨੂੰ, ਪਿੱਛੇ ਕਿਆ ਹੋਇਆ, 71 ਟੈਂਡਰ ਸੀਗੇ 20-25 ਕਰੋੜ ਰੁਪਏ ਦੇ। ਜੀਰਕਪੁਰ 'ਚ ਓਪਨ ਟੈਂਡਰ ਹੁੰਦੇ ਤੇ ਕਦੇ ਵੀ ਟੈਂਡਰ 50% ਤੋਂ ਘੱਟ ਲੈਸ ਰੇਟ ਤੇ ਨਹੀਂ ਹੋਇਆ ਕਿਉਂਕਿ ਕੰਪੀਟੀਸ਼ਨ ਬਹੁਤ ਹੁੰਦਾ ਤਾ। ਜਿਹੜਾ ਰੇਟਸ ਆ ਨਾ PWD ਦੇ ਬਹੁਤ ਹਾਇਰ ਸਾਈਡ ਤੇ ਆ, ਜਦੋਂ ਕੰਪੀਟੀਸ਼ਨ ਹੁੰਦਾ 40-50% ਲੈਸ ਤੇ ਹੁੰਦੇ ਆ। ਪਿਛਲੇ 15 ਦਿਨ ਪਹਿਲਾਂ ਟੈਂਡਰ ਸੀਗੇ, 15-20 ਠੇਕੇਦਾਰਾਂ ਨੇ ਜਦੋਂ ਪੋਰਟਲ ਖੋਲ੍ਹਿਆ ਟੈਂਡਰ ਲਾਤੇ। ਜਿਹੜੇ ਠੇਕੇਦਾਰ 20 ਤੇ ਜਿਨ੍ਹਾਂ ਨੇ 40 ਤੋਂ ਲੈ ਕੇ 50% ਲੈਸ ਤੱਕ ਭਰੇ ਸੀਗੇ, ਉਹਨਾਂ ਦੇ ਕੈਂਸਲ ਕਰਤੇ। 3 ਠੇਕੇਦਾਰਾਂ ਨੂੰ ਅਲਾਟ ਕਰਦੇ ਜਿਨ੍ਹਾਂ ਨੇ 3 ਤੋਂ ਲੈ ਕੇ 10% ਤੱਕ ਲੈਸ ਤੇ ਭਰੇ ਤੇ। ਘਪਲਾ ਇਹ ਹੋਇਆ ਵੀ ਸਰਕਾਰ ਨੇ ਮਿਊਨਿਸਪਲ ਕਮੇਟੀਆਂ ਕੋਲ ਆਪਣੇ ਅਧਿਕਾਰ ਲੈ ਲਏ, ਡਿਪਟੀ ਡਾਇਰੈਕਟਰਾਂ ਨੂੰ ਆਰਡਰ ਕਰਤੇ। ਜਿਹੜਾ ਕੰਮ 6 ਕਰੋੜ ਰੁਪਏ ਦਾ ਸੀਗਾ, 6 ਕਰੋੜ ਰੁਪਏ ਦਾ ਕੰਮ ਹੋਇਆ 29 ਮਿਊਨਿਸਪੈਲਿਟੀਆਂ 'ਚ, ਉਹਦਾ ਠੇਕੇਦਾਰ ਆਪਣੇ ਰੱਖ ਲਏ। 152 ਕਰੋੜ ਰੁਪਏ 10 ਸਾਲਾਂ 'ਚ ਪੇਮੈਂਟ ਕਰਨੀ ਹੈ। 6 ਕਰੋੜ ਦੀ ਪੇਮੈਂਟ ਪਹਿਲੇ ਸਾਲ ਹੀ 13 ਕਰੋੜ ਲੈ ਲਏ। ਮਤਲਬ ਜਦੋਂ ਪਹਿਲੇ ਸਾਲ ਇਨਵੈਸਟਮੈਂਟ ਤੋਂ ਦੁੱਗਣੇ ਲੈ ਲਏ, ਫਿਰ 9 ਸਾਲ ਕਿਸ ਚੀਜ਼ ਦੀ ਪੇਮੈਂਟ ਆ, 14-15 ਕਰੋੜ ਰੁਪਏ। ਮਤਲਬ ਇਹ ਘਪਲਾ ਲੋਕਲ ਬੋਡੀ ਦਾ ਮਿਨਿਸਟਰ, ਡਿਪਟੀ ਡਾਇਰੈਕਟਰ, ਕੌਂਸਲ ਪ੍ਰਧਾਨ ਤੇ ਹਲਕਾ ਇੰਚਾਰਜ, ਇਹ ਚਾਰੇ ਜਣਿਆਂ ਨੇ ਪੈਸੇ ਵੰਡ ਕੇ ਜਿਹੜਾ ਇਹ ਸਾਰਾ ਕੁਝ ਹੁਣ ਕਰਿਆ ਹੈਗਾ। ਲੈਂਦੇ ਆ ਜਿਹੜਾ ਨੇ ਹੁਣ ਪੇਮੈਂਟਾਂ ਦੇਣੀਆਂ ਸ਼ੁਰੂ ਕਰਦੀ। ਸੋ ਇਹ ਸਟਰੀਟ ਲਾਈਟ ਦਾ ਘਟਾਲਾ ਆ। ਦੂਸਰਾ, ਹਾਈ ਕੋਰਟ ਦੇ ਅੰਦਰ ਸਰਕਾਰ ਨੇ ਆਰਡਰ ਦੇ ਦੇ ਵੀ ਕੋਈ ਵੀ ਟਰਸਟ ਦਾ ਐਮਈ ਕਿਸੇ ਮਿਊਨਿਸਪੈਲਿਟੀ 'ਚ ਅਪੁਆਇੰਟ ਨਹੀਂ ਹੋ ਸਕਦਾ। ਐਮਈ
ਹਾਈ ਕੋਰਟ 'ਚ ਤੁਸੀਂ ਹਲਫੀਆ ਬਿਆਨ ਸਰਕਾਰ ਨੇ ਦਿਆ, ਇਸੇ ਸਰਕਾਰ ਨੇ। ਤੇ ਜਿਹੜੀ ਕਮੇਟੀਆਂ 'ਚ ਪੈਸੇ ਸਭ ਤੋਂ ਵੱਧ ਪਏ ਆ, ਉਹਨਾਂ ਕਮੇਟੀਆਂ 'ਚ ਕਰਪਟ ਐਮੀਆਂ ਨੂੰ ਟਰਾਂਸਫਰ ਕਰਕੇ ਇਲੀਗਲੀ ਉੱਥੋਂ ਬਹੁਤ ਵੱਡੇ ਲੈਵਲ ਤੇ ਠੱਗੀ ਮਾਰੀ ਜਾ ਰਹੀ ਹੈ।